ਕਿਸੇ ਕਵੀ ਨੇ ਲਿਖਿਆ ਹੈ, ਹਰੀ ਹਰਤੀ ਪਾਪਾਨੀ ਦੁਸ਼ਟ ਚਿਤ ਅਪੀ ਸਿਮਰਤਾ। ਜੇ ਕੋਈ ਦੁਸ਼ਟ ਭਾਵਨਾ ਦੇ ਨਾਲ ਵੀ ਪਰਮੇਸ਼ਰ ਦਾ ਨਾਮ ਜਪੇ ਔਰ ਉਹਦਾ ਵੀ ਉਧਾਰ ਹੋ ਜਾਂਦਾ ਹੈ। ਤੁਲਸੀ ਨੇ ਵੀ ਐਸਾ ਲਿਖਿਆ ਹੈ, ਉਹ ਲਿਖਦਾ ਹੈ, ਤੁਲਸੀ ਰਗਬਰ ਰਾਮ ਕੋ ਰੀ ਜਪੈ ਕੋ ਖੀਜ, ਸਿੱਧਾ ਪੂਠਾ ਉਗਵੈ ਖੇਤ ਪਰੈ ਜੋ ਬੀਜ। ਕੋਈ ਪਰਮੇਸ਼ਰ ਨੂੰ ਗੁੱਸੇ ਨਾਲ ਵੀ ਯਾਦ ਕਰੇ, ਕੋਈ ਪਿਆਰ ਦੇ ਨਾਲ ਵੀ ਯਾਦ ਕਰੇ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਲਿਖਦੇ ਨੇ ਵੀ ਕਿਸੇ ਵੀ ਢੰਗ ਦੇ ਨਾਲ ਕੋਈ ਪਰਮੇਸ਼ਰ ਨੂੰ ਯਾਦ ਕਰੇ ਨਾ ਤੇ ਉਹਨੂੰ ਉਹਦਾ ਫਲ ਅੱਛਾ ਮਿਲਦਾ ਹੀ ਮਿਲਦਾ ਹੈ। ਜਿਵੇਂ ਆਪਾਂ ਕਿਸੇ ਖੇਤ ਵਿੱਚ ਬੀਜ ਬੀਜਦੇ ਹਾਂ, ਉਹ ਜਿਹੜਾ ਬੀਜ ਹੈ ਚਾਹੇ ਕੋਈ ਸਿੱਧਾ ਡਿੱਗ ਪਵੇ ਚਾਹੇ ਉਲਟਾ ਡਿੱਗ ਪਵੇ, ਤੇ ਜਿਹੜਾ ਇੱਕ ਵਾਰੀ ਖੇਤ ਵਿੱਚ ਬੀਜ ਡਿੱਗ ਪਿਆ ਤੇ ਉਹ ਉੱਗਦਾ ਹੀ ਉੱਗਦਾ ਹੈ। ਇਸੇ ਤਰ੍ਹਾਂ ਕਿਸੇ ਵੀ ਭਾਵਨਾ ਨਾਲ ਕੋਈ ਪਰਮੇਸ਼ਰ ਦਾ ਨਾਮ ਲਵੇ, ਉਹਦਾ ਫਲ ਉਸਨੂੰ ਪ੍ਰਾਪਤ ਹੁੰਦਾ ਹੀ ਹੁੰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ 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 ਰਸ ਆਪ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ। ਤੇ ਹਰ ਰਸ, ਕਿਸੇ ਵੀ ਚੀਜ਼ ਦੇ ਵਿੱਚ ਜਿਹੜਾ ਰਸ ਹੈ ਨਾ, ਕੋਈ ਸਵਾਦ ਹੈ, ਪਦਾਰਥ ਵਿੱਚ ਰਸ ਹੈ, ਉਹ ਸਾਰੇ ਜਿੰਨੇ ਵੀ ਰਸ ਨੇ ਉਹਨਾਂ ਸਾਰਿਆਂ ਵਿੱਚ ਰਸ ਰੂਪ ਵਾਹਿਗੁਰੂ ਪਰਮੇਸ਼ਰ ਆਪ ਹੈ। ਆਪੇ ਹਰ ਰਸ ਹੋਏ। ਜਿੱਥੇ ਬਾਕੀ ਹੋਰ ਪਦਾਰਥਾਂ ਦੇ ਰਸ ਵਿੱਚ ਵਾਹਿਗੁਰੂ ਆਪ ਰਸ ਰੂਪ ਹੋ ਕੇ ਵਰਤ ਰਿਹਾ ਹੈ ਤੇ ਆਪੇ ਹਰ ਰਸ ਹੋਏ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਨਾਮ ਦਾ ਰਸ ਰੂਪ ਹੋ ਕੇ ਵੀ ਉਹੀ ਵਰਤ ਰਿਹਾ ਹੈ। ਬਾਕੀ ਜਿਹੜੇ ਹੋਰ ਦੁਨੀਆ ਦੇ ਰਸ ਨੇ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮਛ ਪਏ ਆਲ ਜੀਓ। ਜਿੰਨੇ ਹੋਰ ਦੁਨਿਆਵੀ ਰਸ ਵੀ ਹਨ ਉਹਨਾਂ ਦੇ ਵਿੱਚ ਵੀ ਰਸ ਰੂਪ ਹੋ ਕੇ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ ਤੇ ਨਾਮ ਦੇ ਰਸ ਦੇ ਵਿੱਚ ਵੀ ਰਸ ਰੂਪ ਹੋ ਕੇ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ। ਆਪ ਦਇਆ ਕਰ ਦੇਵ ਸੇ ਗੁਰਮੁਖ ਅੰਮ੍ਰਿਤ ਚੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਦਇਆ ਕਰਕੇ, ਆਪ ਹੀ ਮਿਹਰ ਕਰਕੇ ਨਾਮ ਦਾ ਰਸ ਦਿੰਦਾ ਹੈ। ਕਿਵੇਂ? ਗੁਰਮੁਖ ਅੰਮ੍ਰਿਤ ਚੋਏ, ਗੁਰੂ ਦੁਆਰਾ ਮੁਖ ਦੇ ਵਿੱਚ ਅੰਮ੍ਰਿਤ ਚੋ ਕੇ। ਕਿਉਂਕਿ ਇਹ ਇੱਕ ਮਰਜ਼ਾਦਾ ਸੀ, ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਦੇ ਕੋਲ ਗੁਰਮਤਿ ਨਾਮ ਦੀ ਦਾਤ ਪ੍ਰਾਪਤ ਕਰਨ ਵਾਸਤੇ ਆਉਂਦਾ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਚਰਨਾਮ੍ਰਿਤ ਦੇ ਕੇ, ਉਹਦੇ ਮੂੰਹ ਦੇ ਵਿੱਚ ਚਰਨਾਮ੍ਰਿਤ ਦੇ ਕੇ ਤੇ ਉਸ ਨੂੰ ਨਾਮ ਦ੍ਰਿੜ ਕਰਵਾਉਂਦੇ ਸਨ। ਤੇ ਫਿਰ ਕਲਗੀਧਰ ਪਾਤਸ਼ਾਹ ਨੇ ਮਰਜ਼ਾਦਾ ਬਣਾ ਦਿੱਤੀ, ਕਿਸੇ ਵੀ ਗੁਰਸਿੱਖ ਮਾਈ ਭਾਈ ਨੇ ਨਾਮ ਦੀ ਦਾਤ ਪ੍ਰਾਪਤ ਕਰਨੀ ਹੋਵੇ, ਉਹ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਗੁਰਮੁਖ ਅੰਮ੍ਰਿਤ ਚੋਏ। ਜਿਹੜੇ ਗੁਰਮੁਖ ਪੰਜ ਪਿਆਰੇ ਨੇ, ਜਦੋਂ ਪੰਜ ਚੁਲੇ ਸਾਨੂੰ ਮੂੰਹ ਦੇ ਵਿੱਚ ਪਾਉਂਦੇ ਨੇ ਤੇ ਨਾਲ ਫਤਿਹ ਬੁਲਾਉਂਦੇ ਨੇ ਤੇ ਫਿਰ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾਉਂਦੇ ਨੇ, ਗੁਰਮੁਖ ਅੰਮ੍ਰਿਤ ਚੋਏ। ਇਸ ਢੰਗ ਦੇ ਨਾਲ ਮੁਖੀ ਗੁਰੂ ਤੇ ਇਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਗੁਰਮੁਖ ਵਿਅਕਤੀ ਅੰਮ੍ਰਿਤ ਚੋਏ ਸਾਡੇ ਮੂੰਹ ਦੇ ਵਿੱਚ ਅੰਮ੍ਰਿਤ ਚੋਂਦੇ ਨੇ। ਤੇ ਜਿਹੜਾ ਉਸ ਅੰਮ੍ਰਿਤ ਦੁਆਰਾ ਨਾਮ ਨੂੰ ਦ੍ਰਿੜ ਕਰ ਲਵੇ ਤੇ ਫਿਰ ਉਹਨੂੰ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹੁਣ ਸਾਡਾ ਸਾਰਾ ਤਨ ਵੀ ਤੇ ਮਨ ਵੀ ਹਰਾ ਭਰਾ ਹੋ ਗਿਆ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਕਿਵੇਂ ਹਰਾ ਭਰਾ ਹੋ ਗਿਆ? ਨਾਨਕ ਹਰ ਵਸਿਆ ਮਨ ਸੋਏ। ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਸਾਡੇ ਮਨ ਦੇ ਵਿੱਚ ਵਸ ਗਿਆ। ਤੇ ਜਦੋਂ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਮਨ ਦੇ ਵਿੱਚ ਵਸ ਜਾਵੇ ਤੇ ਉਹਦੇ ਨਾਲ ਤਨ ਵੀ ਤੇ ਮਨ ਵੀ ਹਰਾ ਭਰਾ ਹੋ ਜਾਂਦਾ ਹੈ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਚੜ੍ਹੈ ਫਿਰ ਆਥ ਵੈ, ਰਹਿਣ ਸਬਾਈ ਜਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵੈਰਾਗਮਈ ਉਪਦੇਸ਼ ਦਿੰਦੇ ਹਨ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਹੇ ਭਾਈ, ਮੇਰਾ ਤੇ ਮਿੱਤਰ, ਇਸ ਦੁਨੀਆ ਦਾ ਮਿੱਤਰ ਵੀ ਤੇ ਸਖਾ ਪ੍ਰਲੋਕ ਦਾ ਮਿੱਤਰ ਵੀ, ਪ੍ਰਭ ਸੋਏ, ਉਹ ਵਾਹਿਗੁਰੂ ਪਰਮੇਸ਼ਰ ਬਣ ਗਏ। ਇਸ ਦੇ ਮੁਕਾਬਲੇ ਤੇ ਪੁੱਤ ਕਲਤ ਮੋਹ ਬਿਖ ਹੈ।
ਪੁੱਤਰ ਕਲੱਤਰ ਇਸਤਰੀ ਆਦਿਕ ਜੋ ਸਾਡਾ ਪਰਿਵਾਰ ਹੈ, ਇਹ ਪਰਿਵਾਰ ਦਾ ਮੋਹ ਤੇ ਪਾਈ ਬਿਖ ਹੈ, ਇਹ ਤੇ ਜ਼ਹਿਰ ਰੂਪ ਹੈ। ਅੰਤ ਬੇਲੀ ਕੋਏ ਨਾ ਹੋਏ, ਜਦੋਂ ਅੰਧਾ ਸਮਾਂ ਆਉਂਦਾ ਹੈ, ਮੌਤ ਨਜ਼ਦੀਕ ਆਉਂਦੀ ਹੈ, ਉਸ ਵੇਲੇ ਕੋਈ ਵੀ ਸਾਡਾ ਸਹਾਇਕ ਨਹੀਂ ਹੁੰਦਾ, ਨਾ ਪੁੱਤਰ, ਨਾ ਇਸਤਰੀ, ਨਾ ਕੋਈ ਹੋਰ ਰਿਸ਼ਤੇਦਾਰ। ਜਦੋਂ ਮੌਤ ਆਉਂਦੀ ਹੈ, ਉਸ ਵੇਲੇ ਇਕੱਲੇ ਮਨੁੱਖ ਨੂੰ ਹੀ ਲੈ ਕੇ ਚਲੀ ਜਾਂਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾਇਆ ਹੈ, ਕਿਉਂਕਿ ਉਹਨੇ ਲੋਕ ਤੇ ਪ੍ਰਲੋਕ ਵਿੱਚ ਮੇਰੀ ਸਹਾਇਤਾ ਕਰਨੀ ਹੈ। ਜਿਹੜੇ ਸੰਸਾਰੀ ਮਿੱਤਰ ਨੇ, ਚਾਹੇ ਉਹ ਪੁੱਤਰ ਹੈ, ਚਾਹੇ ਇਸਤਰੀ ਹੈ, ਜਿਹਨੂੰ ਆਪਾਂ ਜੀਵਨ ਸਾਥੀ ਵੀ ਸਮਝਦੇ ਹਾਂ, ਪਰ ਹਜ਼ੂਰ ਕਹਿੰਦੇ ਇਹਨਾਂ ਦਾ ਮੋਹ ਤੇ ਦੁੱਖ ਰੂਪ ਹੈ, ਜ਼ਹਿਰ ਰੂਪ ਹੈ। ਕਿਉਂਕਿ ਜਦੋਂ ਕੋਈ ਵਿਛੜਦਾ ਨਾ ਤੇ ਉਸ ਵੇਲੇ ਸਾਨੂੰ ਦੁੱਖ ਹੁੰਦਾ ਹੈ, ਇਸੇ ਲਈ ਮੋਹ ਨੂੰ ਜ਼ਹਿਰ ਆਖਿਆ। ਅੰਤ ਬੇਲੀ ਕੋਏ ਨਾ ਹੋਏ, ਅੰਤ ਨੂੰ ਕੋਈ ਵੀ ਸਾਡਾ, ਬੇਲੀ ਦਾ ਅਰਥ ਹੈ ਸਹਾਈ, ਨਹੀਂ ਹੁੰਦਾ। ਹੁਣ ਸਾਡੀ ਉਮਰ ਕਿਸ ਤਰ੍ਹਾਂ ਇਹ ਬੀਤ ਰਹੀ ਹੈ, ਉਹਦੇ ਬਾਰੇ ਹਜ਼ੂਰ ਚਾਨਣਾ ਪਾ ਰਹੇ ਹਨ। ਦਿਨ ਚੜ੍ਹੈ ਫਿਰ ਆਥਵੈ, ਰੈਣ ਸੁਬਾਈ ਜਾਏ। ਦਿਨ ਚੜ੍ਹਦਾ ਹੈ ਤੇ ਫਿਰ ਆਥਵੈ ਦਾ ਅਰਥ ਹੈ ਅਸਤ ਹੋ ਜਾਂਦਾ, ਛਿਪ ਜਾਂਦਾ ਹੈ। ਸਵੇਰੇ ਦਿਨ ਚੜ੍ਹਦਾ ਹੈ ਤੇ ਸ਼ਾਮ ਨੂੰ ਦਿਨ ਛਿਪ ਜਾਂਦਾ ਹੈ, ਰਹਿਣ ਸੁਬਾਈ ਜਾਏ। ਇਸੇ ਤਰ੍ਹਾਂ ਸਾਰੀ ਰਾਤ ਵੀ ਆਉਂਦੀ ਹੈ ਤੇ ਚਲੀ ਜਾਂਦੀ ਹੈ। ਆਵ ਘਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਟੁਕਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਜਿਵੇਂ ਦਿਨ ਬੀਤਦਾ ਹੈ ਤੇ ਰਾਤ ਲੰਘਦੀ ਹੈ, ਆਵ ਘਟੈ ਨਰ ਨਾ ਬੁਝੈ। ਮਨੁੱਖ ਦੀ ਆਵ ਦਾ ਅਰਥ ਹੈ ਉਮਰ। ਮਨੁੱਖ ਦੀ ਉਮਰ ਘਟਦੀ ਹੈ, ਪਰ ਇਹ ਮਨੁੱਖ ਸਮਝਦਾ ਨਹੀਂ। ਕਿਉਂਕਿ ਜਦੋਂ ਹਾਲੇ ਮਨੁੱਖ ਬਾਲ ਅਵਸਥਾ ਦੇ ਵਿੱਚ ਹੁੰਦਾ ਹੈ ਤੇ ਜਿਵੇਂ ਜਿਵੇਂ ਉਹ ਸਰੀਰ ਵੱਡਾ ਹੁੰਦਾ ਹੈ ਤੇ ਅਸੀਂ ਇਹ ਸਮਝਦੇ ਰਹਿੰਦੇ ਹਾਂ ਵੀ ਇਹ ਬੱਚਾ ਹੈ, ਵੱਡਾ ਹੋ ਰਿਹਾ ਹੈ, ਪਰ ਅਸੀਂ ਇਹ ਨਹੀਂ ਸਮਝਦੇ ਆਵ ਘਟੈ ਦੀ ਉਮਰ ਘਟਦੀ ਜਾ ਰਹੀ ਹੈ। ਜਦ ਤੋਂ ਬੱਚਾ ਜਨਮ ਲੈਂਦਾ ਹੈ, ਉਸ ਦਿਨ ਤੋਂ ਹੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ। ਕੋਈ ਵੀ ਦਿਨ ਚੜ੍ਹਦਾ ਹੈ ਤੇ ਛਿਪਦਾ ਹੈ, ਕੋਈ ਵੀ ਰਾਤ ਆਉਂਦੀ ਤੇ ਜਾਂਦੀ ਹੈ, ਔਰ ਉਸ ਦੇ ਅੰਦਰ ਸਾਡੀ ਉਮਰ ਤਾਂ ਘਟਦੀ ਹੀ ਘਟਦੀ ਹੈ। ਔਧ ਘਟੈ ਦਿਨ ਸਰੈ ਨਾਰੇ। ਪਰ ਆਦਮੀ ਇਸ ਗੱਲ ਨੂੰ ਸਮਝਦਾ ਨਹੀਂ ਹੈ। ਜਦੋਂ ਬੱਚਾ ਹਾਲੇ ਮਾਤਾ ਪਿਤਾ ਦੇ ਸਾਹਮਣੇ ਖੇਡਦਾ ਹੈ, ਉਸ ਵੇਲੇ ਮਾਤਾ ਦੇ ਕਈ ਸੁਪਨੇ ਹੁੰਦੇ ਨੇ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾਕ ਨਾ ਜਾਣੈ, ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਤੇ ਸਮਝਦੀ ਹੈ ਵੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਔਰ ਇਹ ਸਾਡੀ ਸੇਵਾ ਕਰੇਗਾ, ਪਰ ਉਹ ਇਸ ਗੱਲ ਨੂੰ ਨਹੀਂ ਸਮਝਦੀ ਇਹਦੀ ਉਮਰ ਘਟਦੀ ਜਾ ਰਹੀ ਹੈ। ਆਵ ਘਟੈ ਨਰ ਨਾ ਬੁਝੈ। ਸਰੀਰ ਵੱਡਾ ਹੋ ਰਿਹਾ ਹੈ ਤੇ ਉਮਰ ਘਟਦੀ ਜਾ ਰਹੀ ਹੈ, ਪਰ ਇਸ ਗੱਲ ਨੂੰ ਅਸੀਂ ਸਮਝਦੇ ਨਹੀਂ। ਨਿਤ ਮੂਸਾ ਲਾਜ ਟੁਕਾਏ। ਹਜ਼ੂਰ ਕਹਿੰਦੇ ਜਿਹੜਾ ਮੂਸਾ ਦਾ ਅਰਥ ਹੈ ਚੂਹਾ, ਉਹ ਸਾਡੀ ਲੱਜ ਨੂੰ ਟੁੱਕ ਰਿਹਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਕਾਲ ਰੂਪੀ ਮੂਸਾ ਚੂਹਾ ਹੈ, ਉਹ ਲਾਜ ਦਾ ਅਰਥ ਹੈ ਲੱਜ, ਭਾਵ ਜਿਹੜੀ ਸਾਡੀ ਜੀਵਨ ਦੀ ਡੋਰੀ ਹੈ, ਇਹਨੂੰ ਰੋਜ਼ ਟੁੱਕਦਾ ਹੈ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਇਹ ਜਿਹੜਾ ਕਾਲ ਰੂਪੀ ਚੂਹਾ ਹੈ, ਸਾਡੀ ਉਮਰ ਰੂਪੀ ਲੱਜ ਨੂੰ ਰੋਜ਼ ਟੁੱਕਦਾ ਹੈ। ਜਿਹੜਾ ਦਿਨ, ਜਿਹੜੀ ਰਾਤ ਲੰਘਦੀ ਹੈ ਤੇ ਸਾਡੀ ਉਮਰ ਉਨੀ ਹੀ ਘਟਦੀ ਜਾਂਦੀ, ਪਰ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ। ਮਹਾਂਪੁਰਖ ਇਹਦੇ ਉੱਤੇ ਇੱਕ ਬੜਾ ਸੁੰਦਰ ਅਲੰਕਾਰ ਵੀ ਸੁਣਾਉਂਦੇ ਸਨ। ਕਹਿੰਦੇ ਕੋਈ ਲੱਕੜਹਾਰਾ ਸੀ, ਉਹ ਲੱਕੜਾਂ ਚੁਗਣ ਵਾਸਤੇ ਜੰਗਲ ਵਿੱਚ ਗਿਆ ਤੇ ਉਸਨੇ ਕੀ ਦੇਖਿਆ ਵੀ ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਹੈ। ਬੜਾ ਡਰਿਆ, ਕਹਿਣ ਲੱਗਾ ਮੈਂ ਹੁਣ ਕਿਸ ਪਾਸੇ ਜਾਵਾਂ। ਦੂਜੇ ਪਾਸੇ ਗਿਆ ਔਰ ਉੱਥੇ ਇੱਕ ਸ਼ੇਰ ਅੱਗੇ ਮਿਲ ਗਿਆ ਤੇ ਉਹਨੂੰ ਵੇਖ ਕੇ ਹੋਰ ਵੀ ਭੈਭੀਤ ਹੋਇਆ। ਤੀਸਰੇ ਪਾਸੇ ਗਿਆ, ਉੱਥੇ ਇੱਕ ਹਾਥੀ ਨਜ਼ਰ ਆਇਆ, ਉਹ ਵੀ ਜੰਗਲੀ ਹਾਥੀ, ਉਹਨੂੰ ਦੇਖ ਕੇ ਹੋਰ ਵੀ ਘਬਰਾਇਆ। ਜਦੋਂ ਚੌਥੇ ਪਾਸੇ ਗਿਆ, ਉੱਥੇ ਇੱਕ ਕੋਈ ਚੁੜੇਲ ਸੀ, ਕੋਈ ਬਲਾ ਸੀ, ਉਹ ਦਿਖਾਈ ਦਿੱਤੀ। ਹੁਣ ਚਾਰੇ ਪਾਸੇ ਉਸ ਦੇ ਘਿਰ ਗਏ। ਸੋਚਣ ਲੱਗਿਆ ਮੈਂ ਹੁਣ ਕਰਾਂ ਤੇ ਕੀ ਕਰਾਂ।
ਜਦੋਂ ਚਾਰ ਛਪੇਰਿਓਂ ਕੋਈ ਮੁਸੀਬਤ ਬੰਦੇ ਨੂੰ ਘੇਰ ਲਵੇ ਫਿਰ ਆਪਣੇ ਬਚਨ ਦੇ ਉਪਾਅ ਸੋਚਦਾ। ਉਸਨੇ ਕੀ ਦੇਖਿਆ, ਨੇੜੇ ਖੂਹ ਹੈ। ਉਸ ਖੂਹ ਦੇ ਉੱਪਰ ਇੱਕ ਕੋਈ ਬੋਹੜ ਦਾ ਦਰਖਤ ਹੈ, ਉਹਦੀਆਂ ਜੜ੍ਹਾਂ ਖੂਹ ਵਿੱਚ ਹੇਠਾਂ ਨੂੰ ਲਟਕੀਆਂ ਹੋਈਆਂ ਨੇ। ਉਸਨੇ ਸੋਚਿਆ ਹੁਣ ਤਾਂ ਮੇਰੇ ਬਚਾਅ ਲਈ ਹੋਰ ਕੋਈ ਤਰੀਕਾ ਨਹੀਂ ਹੈ। ਉਹ ਉਸ ਬੋਹੜ ਦੇ ਦਰਖਤ ਦੀਆਂ ਜੜ੍ਹਾਂ ਨੂੰ ਫੜ ਕੇ ਖੂਹ ਦੇ ਵਿੱਚ ਹੇਠਾਂ ਉਤਰ ਗਿਆ। ਤੇ ਜਦੋਂ ਹੇਠਾਂ ਉਤਰਿਆ ਤੇ ਉੱਪਰ ਕਹਿੰਦੇ ਨੇ ਇੱਕ ਮਖਿਆਲ ਲੱਗਿਆ ਹੋਇਆ ਸੀ। ਉਹ ਜਿਵੇਂ ਜਿਵੇਂ ਬੋਹੜ ਦੀਆਂ ਜੜ੍ਹਾਂ ਹਿਲਦੀਆਂ ਨੇ, ਕਿਉਂਕਿ ਥੱਲੇ ਇਹ ਲਮਕਿਆ ਹੋਇਆ ਹੈ, ਤੇ ਜਿਹੜਾ ਉੱਤੇ ਮਖਿਆਲ ਲੱਗਿਆ ਹੋਇਆ ਸੀ ਉਹਦੇ ਵਿੱਚੋਂ ਸ਼ਹਿਦ ਟਪਕਣ ਲੱਗਿਆ। ਜਦੋਂ ਸ਼ਹਿਦ ਹੇਠਾਂ ਡਿੱਗਿਆ ਤੇ ਇਹਦੇ ਉੱਪਰ ਡਿੱਗਿਆ ਤੇ ਉਹ ਸ਼ਹਿਦ ਮਿੱਠਾ ਸੀ, ਉਹਨੂੰ ਖਾਣ ਲੱਗ ਪਿਆ। ਤੇ ਇਹਨੂੰ ਸਾਰੀਆਂ ਹੀ ਜਿਹੜੀਆਂ ਤਕਲੀਫਾਂ ਸਨ ਉਹ ਭੁੱਲ ਗਈਆਂ, ਕਿਉਂਕਿ ਉਧਰ ਸ਼ਹਿਦ ਦੇ ਖਾਣ ਵਿੱਚ ਇੰਨਾ ਮਗਨ ਹੋਇਆ। ਤੇ ਹੇਠਾਂ ਖੂਹ ਦੇ ਵਿੱਚ ਜਦੋਂ ਨਜ਼ਰ ਮਾਰੀ, ਕੀ ਵੇਖਦਾ ਹੈ, ਹੇਠਾਂ ਇੱਕ ਅਜਗਰ ਹੈ, ਇੱਕ ਅਸਰਾਲ ਹੈ, ਔਰ ਉਹਨੇ ਮੂੰਹ ਅੱਡਿਆ ਹੋਇਆ ਵੀ ਕਦੋਂ ਇਹ ਹੇਠਾਂ ਡਿੱਗੇ ਤੇ ਮੈਂ ਉਸ ਨੂੰ ਖਾਵਾਂ। ਹੁਣ ਹੇਠਾਂ ਵੀ ਖੂਹ ਦੇ ਵਿੱਚ ਅਜਗਰ ਬੈਠਾ ਹੈ ਤੇ ਚਾਰੇ ਪਾਸੇ ਵੀ ਘਿਰੇ ਹੋਏ ਨੇ। ਤੇ ਜਦੋਂ ਇਹਨੇ ਉੱਪਰ ਜੜ੍ਹਾਂ ਵੱਲ ਨਿਗਾਹ ਮਾਰੀ ਤਾਂ ਕੀ ਵੇਖਦਾ ਹੈ, ਉੱਥੇ ਦੋ ਚੂਹੇ ਨੇ, ਇੱਕ ਚਿੱਟੇ ਰੰਗ ਦਾ ਹੈ, ਦੂਸਰਾ ਕਾਲੇ ਰੰਗ ਦਾ ਹੈ। ਉਹ ਉਸ ਜੜ ਨੂੰ ਕੁਤਰੀ ਜਾ ਰਹੇ ਨੇ, ਨਿਤ ਮੂਸਾ ਇਲਾਜ ਟੁਕਾਏ। ਤੇ ਹੁਣ ਦੇਖ ਲਓ ਉਹ ਕਿੰਨਾ ਚਿਰ ਉਹਦੇ ਜੀਵਨ ਦੀ ਆਸ ਹੋ ਸਕਦੀ ਸੀ, ਜਿਹੜਾ ਇੰਨੀਆਂ ਮੁਸੀਬਤਾਂ ਦੇ ਵਿੱਚ ਘਿਰਿਆ ਹੋਇਆ ਸੀ। ਆਖਰਕਾਰ ਉਹਨਾਂ ਚੂਹਿਆਂ ਨੇ ਲੱਜ ਟੁੱਕ ਦਿੱਤੀ, ਉਸ ਜੜ ਨੂੰ ਕੁਤਰ ਦਿੱਤਾ ਤੇ ਉਹ ਹੇਠਾਂ ਖੂਹ ਵਿੱਚ ਡਿੱਗਿਆ। ਤੇ ਜਿਹੜਾ ਪਾਸੇ ਹੋਰ ਖਤਰਿਆਂ ਤੋਂ ਬਚਣਾ ਚਾਹੁੰਦਾ ਸੀ, ਆਖੀਰ ਅਜਗਰ ਦੇ ਮੂੰਹ ਦੇ ਵਿੱਚ ਜਾ ਡਿੱਗਿਆ ਔਰ ਉੱਥੇ ਜਾ ਕੇ ਉਹਦੇ ਜੀਵਨ ਦਾ ਅੰਤ ਹੋ ਗਿਆ। ਮਹਾਂਪੁਰ ਕਹਿੰਦੇ ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ ਇਹ ਵੀ ਇੱਕ ਲੱਕੜਹਾਰਾ ਹੈ। ਆ ਜਿਹੜਾ ਸੰਸਾਰ ਹੈ ਜੰਗਲ ਵਾਂਗ ਹੈ, ਔਰ ਇਸ ਸੰਸਾਰ ਦੇ ਅੰਦਰ ਇੱਕ ਪਾਸੇ ਡੌਂ ਅਗਨੀ ਲੱਗੀ ਹੋਈ ਹੈ। ਡੌਂ ਅਗਨੀ ਕਿਹੜੀ ਹੈ? ਅਸੀਂ ਰੋਜ਼ ਸੁਣਦੇ ਹਾਂ, ਅੱਜ ਫਲਾਨਾ ਚੜ੍ਹਾਈ ਕਰ ਗਿਆ, ਅੱਜ ਫਲਾਨਾ ਮੌਤ ਕਿਨਾਰੇ ਪਹੁੰਚ ਗਿਆ, ਅੱਜ ਫਲਾਨਾ ਆਦਮੀ ਬਿਮਾਰ ਪਿਆ ਹੈ, ਫਲਾਨੇ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਵੀ ਇਹ ਜਿਹੜੀ ਡੌਂ ਅਗਨੀ ਹੈ ਕਾਲ ਦੀ ਲੱਗੀ ਹੋਈ, ਅਸੀਂ ਇਹਨੂੰ ਵੇਖ ਰਹੇ ਹਾਂ। ਤੇ ਫਿਰ ਦੂਸਰੇ ਪਾਸੇ ਸਾਡਾ ਖਿਆਲ ਜਾਂਦਾ ਹੈ ਤੇ ਉਸ ਪਾਸੇ ਹੰਕਾਰ ਰੂਪੀ ਸ਼ੇਰ ਗੱਜ ਰਿਹਾ ਹੁੰਦਾ। ਅਸੀਂ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਫਿਰ ਤੀਸਰੇ ਪਾਸੇ ਹਾਥੀ ਦਿਖਾਈ ਦਿੰਦਾ। ਹਾਥੀ ਤੋਂ ਭਾਵ ਹੈ ਜਿਹੜਾ ਇਹ ਸਮਾਂ ਹੈ, ਇਹ ਵੀ ਆਪਣੀ ਤੋਰ ਤੁਰਿਆ ਜਾ ਰਿਹਾ। ਜਿਵੇਂ ਹਾਥੀ ਮਸਤ ਚਾਲ ਚੱਲਦਾ, ਸਮਾਂ ਆਪਣੀ ਤੋਰ ਤੁਰਿਆ ਜਾ ਰਿਹਾ ਹੈ ਔਰ ਮਨੁੱਖ ਦੀ ਉਮਰ ਘਟਦੀ ਜਾ ਰਹੀ ਹੈ। ਜਦੋਂ ਚੌਥੇ ਪਾਸੇ ਵੇਖਦਾ ਹੈ ਤੇ ਜਿਹੜੀ ਤ੍ਰਿਸ਼ਨਾ ਦੀ ਚੁੜੇਲ ਉਹ ਇਸ ਨੂੰ ਚਿੰਬੜੀ ਹੋਈ ਹੈ। ਫਿਰ ਕਹਿੰਦਾ ਹੁਣ ਮੈਂ ਕੀ ਕਰਾਂ। ਫਿਰ ਵੇਖਦਾ ਹੈ ਵੀ ਆਪਣੇ ਪਰਿਵਾਰ ਦੇ ਬਿਰਛ ਦੀ ਛਾਂ ਹੇਠਾਂ ਆ ਕੇ ਬੈਠ ਜਾਂਦਾ ਤੇ ਫਿਰ ਮੋਹ ਦੀਆਂ ਜੜ੍ਹਾਂ ਫੜ ਕੇ ਇਸ ਪਰਿਵਾਰ ਦੇ ਮੋਹ ਰੂਪੀ ਖੂਹ ਦੇ ਵਿੱਚ ਲਟਕਣਾ ਸ਼ੁਰੂ ਹੋ ਜਾਂਦਾ। ਪਰਿਵਾਰ ਦੇ ਮੋਹ ਦੀਆਂ ਜੜ੍ਹਾਂ ਫੜ ਕੇ ਤੇ ਜਦੋਂ ਹੇਠਾਂ ਮੌਤ ਦੇ ਮੂੰਹ ਦੇ ਵਿੱਚ ਲਟਕਦਾ ਹੈ ਤੇ ਉੱਪਰੋਂ ਕਹਿੰਦੇ ਜਿਹੜਾ ਮਾਇਆ ਦਾ ਰਸ ਹੈ ਔਰ ਉਹ ਟਪਕਣ ਲੱਗ ਜਾਂਦਾ ਹੈ, ਉਹਨੂੰ ਖਾਣ ਲੱਗ ਜਾਂਦਾ ਹੈ। ਉਹਦੇ ਵਿੱਚ ਲਾ ਕੇ ਸਭ ਕੁਝ ਭੁੱਲ ਜਾਂਦਾ ਜੀਵ। ਤੇ ਅਖੀਰਾ ਦਿਨ ਤੇ ਰਾਤ ਇਹ ਮਾਨੋ ਦੋ ਚਿੱਟੇ ਚੂਹੇ ਨੇ, ਜਾਂ ਨਰ ਤੇ ਮਦੀਨ ਕਹਿ ਦਿਓ ਵੀ ਰਾਤ ਚੂਹੀ ਹੈ ਤੇ ਦਿਨ ਚੂਹਾ ਹੈ। ਦਿਨ ਜਿਹੜਾ ਫਿਰ ਆਤਵੈ ਰਹਿਣ ਸੁਭਾਈ ਜਾ, ਇਹ ਸਾਡੀ ਉਮਰ ਰੂਪੀ ਲੱਜ ਨੂੰ ਟੁੱਕ ਰਹੇ ਨੇ। ਤੇ ਜਦੋਂ ਇਹਨਾਂ ਨੇ ਸਾਡੀ ਉਮਰ ਦੀ ਲੱਜ ਟੁੱਕ ਦਿੱਤੀ ਤੇ ਫਿਰ ਜਿਹੜਾ ਕਾਲ ਬਿਆਲ ਜੋ ਪਰਿਓ ਡੋਲੇ, ਜਿਹੜਾ ਕਾਲ ਰੂਪੀ ਅਜਗਰ ਹੈ ਉਹਦੇ ਮੂੰਹ ਵਿੱਚ ਜਾ ਕੇ ਆਦਮੀ ਡਿੱਗ ਪੈਂਦਾ। ਬਸ ਉੱਥੇ ਜਾ ਕੇ ਇਹਦੇ ਜੀਵਨ ਦਾ ਅੰਤ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਭਾਈ ਮਨੁੱਖ ਦੀ ਉਮਰ ਤਾਂ ਘਟਦੀ ਜਾ ਰਹੀ ਹੈ, ਇਹ ਜਿਹੜਾ ਕਾਲ ਰੂਪੀ ਚੂਹਾ ਹੈ ਹਰ ਰੋਜ਼ ਇਹਦੀ ਉਮਰ ਦੀ ਲੱਜ ਨੂੰ ਟੁੱਕ ਰਿਹਾ ਹੈ, ਪਰ ਇਹ ਇਸ ਗੱਲ ਨੂੰ ਸਮਝਦਾ ਨਹੀਂ ਹੈ। ਗੁੜ ਮਿੱਠਾ ਮਾਇਆ ਪਸਰਿਆ, ਮਨ ਮੁਖ ਲਗ ਮਾਖੀ ਪਚੇ ਪਚਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਮਾਇਆ ਹੈ ਨਾ, ਮਾਇਆ ਦਾ ਸੁੱਖ ਹੈ, ਇਹ ਮਿੱਠਾ ਗੁੜ ਸਾਰੇ ਥਾਵਾਂ ਤੇ ਫੈਲਿਆ ਹੋਇਆ। ਮਨਮੁਖ ਲੱਗ ਮਾਖੀ ਪਚੈ ਪਚਾਏ, ਜਿਹੜੇ ਮਨਮੁਖ ਲੋਕ ਨੇ ਮੱਖੀਆਂ ਵਾਂਗੂ
ਇਸ ਮਾਇਆ ਦੇ ਮਿੱਠੇ ਗੁੜ ਦੇ ਉੱਤੇ ਚਿੰਬੜੇ ਹੋਏ ਨੇ। ਆਪ ਹੀ ਨਹੀਂ ਚਿੰਬੜੇ ਹੋਏ, ਮਨਮੁਖ ਲੱਗ ਮਾਖੀ ਪਚੈ ਪਚਾਏ, ਇਹ ਆਪ ਵੀ ਉਸ ਮਿੱਠੇ ਗੁੜ ਦੇ ਉੱਤੇ ਵਿੱਚ ਆਸ਼ਕਤ ਹੁੰਦੇ ਨੇ। ਤੇ ਜਿਹੜਾ ਕੋਈ ਹੋਰ ਵੀ ਆਉਂਦਾ ਉਹਨੂੰ ਵੀ ਕਹਿੰਦੇ ਨੇ ਆ ਜਾ ਤੂੰ ਵੀ ਸਵਾਦ ਵੇਖ ਲੈ, ਉਹਨੂੰ ਵੀ ਆਪਣੇ ਨਾਲ ਹੀ ਉਸ ਮਿੱਠੇ ਗੁੜ ਦੇ ਉੱਤੇ ਉਸ ਨੂੰ ਖਾਚਤ ਕਰ ਦਿੰਦੇ ਨੇ। ਜਿਵੇਂ ਬਰਸਾਤ ਦੀ ਮੌਸਮ ਦੇ ਵਿੱਚ ਗੁੜ ਪਿਘਲ ਜਾਂਦਾ ਹੈ ਨਾ, ਤੇ ਜਦੋਂ ਮੱਖੀ ਉਹਦੇ ਉੱਤੇ ਜਾ ਕੇ ਬਹਿੰਦੀ ਹੈ, ਪਹਿਲਾਂ ਤੇ ਉਸਦੇ ਪੈਰ ਉਸਦੇ ਵਿੱਚ ਖੁੱਭ ਜਾਂਦੇ ਨੇ, ਫਿਰ ਹੌਲੀ ਹੌਲੀ ਜਦੋਂ ਰਸ ਨੂੰ ਖਾਂਦੀ ਹੈ ਲਾਲਚ ਦੇ ਵਿੱਚ ਫਸੀ ਹੋਈ, ਤੇ ਫਿਰ ਉਹਦੇ ਖੰਭ ਵੀ ਗਿੱਲੇ ਗੁੜ ਦੇ ਨਾਲ ਹੀ ਚਿਪਕ ਜਾਂਦੇ ਨੇ। ਤੇ ਇਸੇ ਤਰ੍ਹਾਂ ਮਨੁੱਖ ਪਹਿਲਾਂ ਤੇ ਜਿਹੜੇ ਮਾਇਆ ਦੇ ਗੁੜ ਨੂੰ ਮਿੱਠਾ ਜਾਣ ਕੇ ਖਾਣਾ ਸ਼ੁਰੂ ਕਰ ਦਿੰਦਾ ਹੈ, ਤੇ ਜਿਹੜਾ ਵਿਸ਼ਿਆਂ ਦਾ ਰਸ ਹੈ ਉਹਨੂੰ ਖਾਂਦਿਆਂ ਤੇ ਫਿਰ ਇੰਨਾ ਮਸਤ ਹੋ ਜਾਂਦਾ ਹੈ, ਜਿਹੜੇ ਮਨ ਦੇ ਸੰਕਲਪ ਵਿਕਲਪ ਰੂਪੀ ਖੰਭ ਨੇ ਉਹ ਵੀ ਨਾਲ ਹੀ ਮਾਇਆ ਦੇ ਗੁੜ ਦੇ ਚਿਪਕ ਜਾਂਦੇ ਨੇ। ਬੰਦਾ ਸੋਚ ਵੀ ਨਹੀਂ ਸਕਦਾ ਵੀ ਮੈਂ ਹੁਣ ਇਸ ਪਰਿਵਾਰ ਦੇ ਮੋਹ ਤੋਂ ਬਾਹਰ ਵੀ ਨਿਕਲ ਸਕਾਂਗਾ। ਇਹ ਹਾਲਤ ਮਨਮੁਖ ਬੰਦਿਆਂ ਦੀ ਹੁੰਦੀ ਹੈ। ਉਹ ਮਾਇਆ ਦੇ ਮਿੱਠੇ ਗੁੜ ਉਤੇ ਇੰਨੇ ਮੋਹਤ ਹੋ ਜਾਂਦੇ ਨੇ ਤੇ ਬਸ ਸਾਰੀ ਉਮਰ ਮਾਇਆ ਦੇ ਗੁੜ ਦੇ ਵਿੱਚ ਤੇ ਵਿਸ਼ਿਆਂ ਦੇ ਰਸਤੇ ਵਿੱਚ ਖਾਂਦਿਆਂ ਬਰਬਾਦ ਕਰ ਲੈਂਦੇ ਹਨ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤ ਮੋਹ ਬਿਖ ਹੈ, ਅੰਤ ਬੇਲੇ ਕੋਇ ਨ ਹੋਏ ਰਹਾਉ। ਗੁਰਮਤਿ ਹਰਿ ਲਿਵ ਉਬਰੈ, ਅਲਿਪਤ ਰਹਿ ਸ਼ਰਣਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਰਹਾਉ ਦੀਆਂ ਪੰਕਤੀਆਂ ਵਿੱਚ, ਹੇ ਭਾਈ ਅਸਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਇਸ ਦੁਨੀਆ ਦਾ ਵੀ ਮਿੱਤਰ ਬਣਾਇਆ ਤੇ ਪਰਲੋਕ ਦਾ ਵੀ ਸਖਾ ਪਿਆਰਾ ਉਸੇ ਨੂੰ ਸਮਝਿਆ ਹੈ। ਉਸ ਦੇ ਮੁਕਾਬਲੇ ਤੇ ਪੁੱਤਰ ਕਲਤ ਇਸਤਰੀ ਦਾ ਮੋਹ ਇਹ ਵਿਖ ਰੂਪ ਹੈ। ਅੰਤ ਬੇਲੀ ਕੋਏ ਨਾ ਹੋਏ, ਇਹਨਾਂ ਵਿੱਚੋਂ ਆਉਂਦੇ ਸਮੇਂ ਕੋਈ ਸਾਡਾ ਸਹਾਇਕ ਨਹੀਂ ਹੁੰਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਗੁਰਮਤਿ ਹਰਿ ਲਿਵ ਉਬਰੇ, ਵੀ ਜਿਹੜੇ ਗੁਰਮੁਖ ਜਨ ਹਨ ਉਹ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਲਿਵ ਲਾ ਕੇ ਉਹ ਇਸ ਮਿੱਠੇ ਮਾਇਆ ਦੇ ਗੁੜ ਤੋਂ ਬਚ ਗਏ ਹਨ। ਅਲਿਪਤ ਰਹੇ ਸਰਣਾਏ, ਕਿਉਂਕਿ ਉਹ ਵਾਹਿਗੁਰੂ ਦੀ ਸ਼ਰਨ ਵਿੱਚ ਜਾ ਕੇ ਭਾਵੇਂ ਰਹਿੰਦੇ ਪਰਿਵਾਰ ਵਿੱਚ ਹੀ ਨੇ, ਰਹਿੰਦੇ ਸੰਸਾਰ ਵਿੱਚ ਵੀ ਨੇ, ਉਹ ਆਪਣੇ ਫਰਜ਼ ਵੀ ਪੂਰੇ ਕਰਦੇ ਨੇ, ਪਰ ਨਿਰਲੇਪ ਰਹਿੰਦੇ ਨੇ, ਮਨ ਕਰਕੇ ਅਸੰਗ ਰਹਿੰਦੇ ਨੇ। ਜਿਵੇਂ ਸਿੱਧਾ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦੇਹੋ ਸੱਚਾ ਵਿਚਾਰੋ। ਤਾਂ ਸਤਿਗੁਰੂ ਦਾ ਜਵਾਬ ਸੀ, ਜੈਸੇ ਜਲ ਮੈਂ ਕਵਲ ਨਿਰਾਲਮ ਅਲਿਪਤ ਰਹੇ ਸਰਣਾਏ, ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਗੁਰਮੁਖ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖਦੇ ਨੇ। ਇਹੀ ਇੱਕ ਗੁਰਮਤ ਦੀ ਜੁਗਤ ਹੈ, ਸੁਰਤ ਨੂੰ ਸ਼ਬਦ ਨਾਲ ਜੋੜਨਾ। ਜਦੋਂ ਪਰਿਵਾਰ ਵਿੱਚ ਰਹਿ ਕੇ ਕੋਈ ਵੀ ਗੁਰਸਿੱਖ ਮਾਈ ਭਾਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਲੈਂਦਾ ਹੈ, ਨਾਮ ਸਿਮਰਨ ਦਾ ਅਭਿਆਸ ਕਰਦਾ ਹੈ, ਤੇ ਫਿਰ ਉਹਦੇ ਉੱਤੇ ਪਰਿਵਾਰ ਦਾ ਮੋਹ ਮਾਇਆ ਦਾ ਮੋਹ ਕੋਈ ਅਸਰ ਨਹੀਂ ਪਾ ਸਕਦਾ। ਅਲਿਪਤ ਰਹੇ ਸਰਨਾਏ, ਇਉਂ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਗੁਰਮੁਖ ਨਿਰਲੇਪ ਹੋ ਕੇ ਰਹਿੰਦੇ ਹਨ। ਓਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਉਹਨਾਂ ਗੁਰਮੁਖਾਂ ਨੇ ਹਮੇਸ਼ਾ ਇਸ ਗੱਲ ਨੂੰ ਯਾਦ ਕੀਤਾ ਹੈ ਵੀ ਅਸਾਂ ਵੀ ਇਸ ਸੰਸਾਰ ਤੋਂ ਚਲੇ ਜਾਣਾ ਹੈ। ਫਰੀਦਾ ਕਿੱਥੈ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ, ਤੈ ਪਾਸੋਂ ਓਏ ਲੱਦ ਗਏ, ਤੂੰ ਅਜਾਣਾ ਪਤੀਣ ਹੋਏ। ਸਾਡੇ ਮਾਤਾ ਪਿਤਾ, ਸਾਡੇ ਪਿਤਾ ਪਤਾਮਾ ਕਿੱਥੇ ਨੇ? ਕਹਿੰਦੇ ਨੇ ਇੱਕ ਵਾਰੀ ਇਬਰਾਹੀਮ ਬਲਖ ਬੁਖਾਰੇ ਦਾ ਬਾਦਸ਼ਾਹ ਸੀ, ਆਪਣੇ ਮਹਿਲਾਂ ਵਿੱਚ ਸੁੱਤਾ ਹੈ, ਔਰ ਉੱਥੇ ਇੱਕ ਕੋਈ ਮੁਸਲਮਾਨ ਫਕੀਰ ਆਇਆ, ਉਸਨੇ ਦਸਤਕ ਦਿੱਤੀ ਤੇ ਸੰਤਰੀ ਬਾਹਰ ਖੜਾ ਸੀ। ਉਹਨੇ ਪੁੱਛਿਆ, ਭਾਈ ਤੂੰ ਕੌਣ ਹੈ, ਰਾਤ ਵੇਲੇ ਕੀ ਕਰਨ ਵਾਸਤੇ ਆਇਆ ਹੈ? ਉਸ ਫਕੀਰ ਨੇ ਅੱਗੋਂ ਜਵਾਬ ਦਿੱਤਾ, ਮੈਂ ਇੱਕ ਮੁਸਾਫਰ ਹਾਂ ਤੇ ਮੈਂ ਰਹਿਣ ਬਸੇਰਾ ਕਰਨ ਵਾਸਤੇ ਆਇਆ ਹਾਂ। ਅੱਗੋਂ ਜਵਾਬ ਮਿਲਿਆ, ਜੇ ਤੂੰ ਰਹਿਣ ਬਸੇਰਾ ਕਰਨਾ ਕਿਸੇ ਮੁਸਾਫਰਖਾਨੇ ਵਿੱਚ ਜਾ,
ਕਿਸੇ ਸਰਾਂ ਦੇ ਵਿੱਚ ਜਾ, ਇੱਥੇ ਕੀ ਲੈਣ ਵਾਸਤੇ ਆਇਆ? ਇਹ ਤੇ ਬਾਦਸ਼ਾਹ ਦਾ ਘਰ ਹੈ, ਇਹ ਤੇ ਸ਼ਾਹੀ ਮਹੱਲ ਹੈ। ਜਦੋਂ ਇਹ ਗੱਲ ਸੁਣੀ ਤਾਂ ਉਸ ਦੀਵਾਨੇ ਫਕੀਰ ਨੇ ਅੱਗੋਂ ਆਖਿਆ, ਤੂੰ ਤੇ ਬੇਵਕੂਫ ਲੱਗਦਾ, ਤੂੰ ਕਹਿੰਦਾ ਇਹ ਸ਼ਾਹੀ ਘਰ ਹੈ, ਪਰ ਮੈਂ ਕਹਿੰਦਾ ਨਹੀਂ, ਇਹ ਵੀ ਮੁਸਾਫਰਖਾਨਾ ਹੀ ਹੈ, ਮੈਂ ਰਾਤ ਇੱਥੇ ਹੀ ਰਹਿਣਾ ਚਾਹੁੰਦਾ ਹਾਂ। ਅਖੀਰ ਗੱਲ ਬਾਦਸ਼ਾਹ ਤੱਕ ਚਲੀ ਗਈ। ਬਾਦਸ਼ਾਹ ਨੇ ਉਸ ਫਕੀਰ ਨੂੰ ਪੁੱਛਿਆ, ਬਈ ਤੂੰ ਦੱਸ ਕਿਸ ਗੱਲ ਦਾ ਝਗੜਾ ਕਰ ਰਿਹਾ ਹੈ? ਉਹ ਕਹਿੰਦਾ, ਬਾਦਸ਼ਾਹ ਮੈਂ ਤੇਰੇ ਕੋਲੋਂ ਇਨਸਾਫ ਚਾਹੁੰਦਾ। ਤੇਰਾ ਸੰਤਰੀ ਇਹ ਗੱਲ ਕਹਿੰਦਾ ਹੈ, ਇਹ ਬਾਦਸ਼ਾਹ ਦਾ ਮਹੱਲ ਹੈ, ਇੱਥੇ ਬਾਦਸ਼ਾਹ ਹੀ ਰਹਿ ਸਕਦਾ ਹੈ, ਪਰ ਮੈਂ ਇਹ ਗੱਲ ਆਖਦਾ ਇਹ ਮੁਸਾਫਰਖਾਨਾ ਹੈ, ਇਹ ਵੀ ਇੱਕ ਸਰਾਂ ਹੈ। ਹੁਣ ਤੂੰ ਦੱਸ ਇਹਦੇ ਵਿੱਚ ਸੱਚ ਕੀ ਹੈ? ਬਾਦਸ਼ਾਹ ਨੇ ਵੀ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਜਵਾਬ ਦਿੱਤਾ। ਕਹਿਣ ਲੱਗਾ, ਇਹ ਤੇ ਵਾਕਿਆ ਹੀ ਸ਼ਾਹੀ ਮਹੱਲ ਹੈ, ਇਹ ਮੁਸਾਫਰਖਾਨਾ ਨਹੀਂ, ਇਹ ਕੋਈ ਸਰਾਂ ਨਹੀਂ। ਉਹ ਫਕੀਰ ਬੜਾ ਹੱਸਿਆ। ਕਹਿਣ ਲੱਗਾ, ਮੈਂ ਤੇ ਸਮਝਦਾ ਸੀ ਬਾਦਸ਼ਾਹ ਲੋਕ ਬੜੇ ਸਮਝਦਾਰ ਹੁੰਦੇ ਨੇ, ਪਰ ਤੂੰ ਵੀ ਮੂਰਖ ਨਿਕਲਿਆ, ਤੈਨੂੰ ਵੀ ਇਸ ਗੱਲ ਦਾ ਪਤਾ ਨਹੀਂ। ਤੂੰ ਇਹ ਦੱਸ, ਜਿਸ ਘਰ ਦੇ ਵਿੱਚ ਅੱਜ ਤੂੰ ਬੈਠਾ ਹੈ, ਜਿਸ ਰਾਜ ਮਹਿਲ ਦੇ ਵਿੱਚ ਤੂੰ ਬੈਠਾ ਹੈ, ਇਹ ਕਿਸ ਨੇ ਬਣਾਇਆ ਸੀ? ਕਹਿੰਦਾ, ਇਹ ਸਾਡੇ ਪਹਿਲਾਂ ਵੱਡੇ ਬਜ਼ੁਰਗਾਂ ਨੇ ਬਣਾਇਆ ਸੀ, ਜਿਹੜੇ ਸ਼ਾਹੀ ਖਾਨਦਾਨ ਦੇ ਨਾਲ ਸੰਬੰਧਿਤ ਸਨ। ਉਹ ਅੱਜ ਕਿੱਥੇ ਨੇ? ਕਹਿਣ ਲੱਗਾ, ਉਹ ਤਾਂ ਕੂਚ ਕਰ ਗਏ, ਉਹ ਤਾਂ ਚਲਾਣਾ ਕਰ ਗਏ। ਕਹਿੰਦੇ, ਜਿਹੜੇ ਬਣਾਉਣ ਵਾਲੇ ਸਨ ਉਹ ਚਲੇ ਗਏ, ਤੇ ਹੁਣ ਕੱਲ ਨੂੰ ਤੂੰ ਵੀ ਤੁਰ ਜਾਣਾ, ਤੇ ਤੂੰ ਇਹ ਗੱਲ ਕਿਵੇਂ ਕਹਿਣਾ ਮੁਸਾਫਰਖਾਨਾ ਨਹੀਂ? ਮੁਸਾਫਰਖਾਨਾ ਵੀ ਤੇ ਉਹੀ ਹੁੰਦਾ ਜਿੱਥੇ ਕੋਈ ਆਦਮੀ ਰਾਤ ਕੱਟ ਕੇ ਚਲਿਆ ਜਾਵੇ, ਤੇ ਇਸ ਘਰ ਦੇ ਵਿੱਚ ਵੀ ਕੁਝ ਸਮਾਂ ਕੱਟ ਕੇ ਤੇਰੇ ਵੱਡੇ ਵਡੇਰੇ ਚਲੇ ਗਏ ਨੇ, ਤੇ ਤੂੰ ਵੀ ਚਲਿਆ ਜਾਣਾ, ਤੇ ਤੂੰ ਕਿਵੇਂ ਦਾਅਵਾ ਕਰਦਾ ਹੈ ਮੇਰਾ ਘਰ ਹੈ? ਅਖੀਰ ਉਸ ਬਾਦਸ਼ਾਹ ਦੀਆਂ ਅੱਖਾਂ ਖੁੱਲੀਆਂ, ਉਸ ਫਕੀਰ ਦੇ ਚਰਨ ਫੜ ਲਏ। ਕਹਿਣ ਲੱਗਾ, ਤੂੰ ਤੇ ਮੈਨੂੰ ਸੁੱਤੇ ਪਏ ਨੂੰ ਜਗਾ ਦਿੱਤਾ। ਫਿਰ ਉਸਨੇ ਉਸੇ ਵੇਲੇ ਬਾਦਸ਼ਾਹੀ ਠੁਕਰਾ ਦਿੱਤੀ ਤੇ ਬਾਹਰ ਜੰਗਲ ਵਿੱਚ ਜਾ ਕੇ ਬੰਦਗੀ ਕਰਨ ਲੱਗਿਆ, ਤੇ ਫਿਰ ਇਹਨੂੰ ਪੈਗੰਬਰੀ ਦਾ ਖਿਤਾਬ ਵੀ ਮਿਲਿਆ, ਇਬਰਾਹਿਮ ਪੈਗੰਬਰ ਹੋਇਆ। ਹਜ਼ੂਰ ਕਹਿੰਦੇ ਨੇ, ਗੁਰਮੁਖਾਂ ਦੀ ਦ੍ਰਿਸ਼ਟੀ ਐਸੀ ਹੁੰਦੀ ਹੈ, ਉਹਨੀ ਚੱਲਣ ਸਦਾ ਨਿਹਾਲਿਆ। ਉਹ ਇਸ ਗੱਲ ਨੂੰ ਹਮੇਸ਼ਾ ਲਈ ਤੱਕਦੇ ਨੇ ਵੀ ਅਸਾਂ ਵੀ ਸੰਸਾਰ ਤੋਂ ਜਾਣਾ ਹੈ। ਉਹ ਪਹਿਲਾਂ ਹੀ ਤਿਆਰੀ ਕਰਕੇ ਰੱਖਦੇ ਨੇ। ਹਰ ਖਰਚ ਲਿਆ ਪਤ ਪਾਏ, ਉਹ ਤਿਆਰੀ ਕੀ ਹੈ? ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਖਰਚ ਆਪਣੇ ਪੱਲੇ ਬੰਨ੍ਹ ਲਿਆ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰਾ ਚੱਲੈ। ਉਹਨਾਂ ਨੇ ਹਮੇਸ਼ਾ ਲਈ ਇਸ ਗੱਲ ਨੂੰ ਆਪਣੀ ਨਿਗਾਹ ਦੇ ਸਾਹਮਣੇ ਰੱਖਿਆ ਵੀ ਅਸਾਂ ਵੀ ਇਸ ਸੰਸਾਰ ਤੋਂ ਜਾਣਾ ਹੈ। ਇਸੇ ਲਈ ਉਹਨਾਂ ਨੇ ਅੱਗੇ ਪਰਲੋਕ ਦਾ ਖਰਚ, ਨਾਮ ਦਾ ਤੋਸਾ ਉਹਨਾਂ ਨੇ ਪੱਲੇ ਬੰਨਿਆ ਹੈ। ਪਤ ਪਾਏ, ਇਸੇ ਲਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਜਾ ਕੇ ਉਹ ਪਤ ਇੱਜ਼ਤ ਪ੍ਰਾਪਤ ਕਰਦੇ ਹਨ। ਗੁਰਮੁਖ ਦਰਗਹਿ ਮੰਨੀਐ, ਹਰ ਆਪ ਲਏ ਗਲ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਵਿਅਕਤੀ ਹਨ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮੰਨੇ ਸਤਕਾਰੇ ਜਾਂਦੇ ਨੇ। ਕਿਉਂ? ਹਰ ਆਪ ਲਏ ਗਲ ਲਾਏ। ਜਦੋਂ ਵਾਹਿਗੁਰੂ ਦੇ ਪਿਆਰੇ ਰੱਬੀ ਦਰਗਾਹ ਵਿੱਚ ਜਾਂਦੇ ਨੇ, ਅਕਾਲ ਪੁਰਖ ਵਾਹਿਗੁਰੂ ਆਪ ਉਹਨਾਂ ਨੂੰ ਲੈਣ ਵਾਸਤੇ ਆਉਂਦਾ। ਹਰ ਆਪ ਲਏ ਗਲ ਲਾਏ, ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪ ਆ ਕੇ ਆਪਣੇ ਗਲ ਦੇ ਨਾਲ ਲਾਉਂਦਾ ਹੈ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਨੂੰ ਤੇ ਜਿਹੜਾ ਅਗਲਾ ਰਸਤਾ ਵੀ ਨਾ ਐਨ ਪ੍ਰਗਟ ਹੋ ਜਾਂਦਾ। ਉਹ ਦਰਗਾਹ ਦੇ ਰਸਤੇ ਨੂੰ ਵੀ ਐਨ ਇੱਥੋਂ ਬੈਠੇ ਚੰਗੀ ਤਰ੍ਹਾਂ ਵੇਖ ਲੈਂਦੇ ਨੇ। ਦਰ ਠਾਕ ਨਾ ਕੋਈ ਪਾਏ, ਇਸੇ ਲਈ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾਣ ਵੇਲੇ ਵੀ ਕੋਈ ਠਾਕ ਦਾ ਅਰਥ ਹੈ ਰੋਕ ਨਹੀਂ ਪਾਉਂਦਾ। ਦਰ ਦਰਵਾਣੀ ਨਾਹੇ ਮੂਲੇ ਪੁੱਛਦੇ, ਜਿਹੜੇ ਵਾਹਿਗੁਰੂ ਦੇ ਦਰ ਦੇ ਦਰਵਾਨ 'ਚ ਹੀ ਬਣ ਜਾਂਦੇ ਨੇ, ਡਿਉਢੀ ਬਰਦਾਰ ਬਣ ਜਾਂਦੇ ਨੇ, ਉਹਨਾਂ ਨੂੰ ਆਉਂਦਿਆਂ ਜਾਂਦਿਆਂ ਕੋਈ ਨਹੀਂ ਪੁੱਛ ਸਕਦਾ। ਜਿਹੜੇ ਵਾਹਿਗੁਰੂ ਦੇ ਦਰ ਦੇ ਦਰਵੇਸ਼ ਨੇ, ਉਹ ਵਾਹਿਗੁਰੂ ਦੇ ਦਰ ਦੇ ਦਰਵਾਨ 'ਚ ਹੀ ਨੇ, ਉਹਨਾਂ ਨੂੰ ਆਉਂਦਿਆਂ ਜਾਂਦਿਆਂ ਕੋਈ ਵੀ ਨਹੀਂ ਰੋਕ ਸਕਦਾ। ਗੁਰਮੁਖ ਆਵੇ ਜਾਏ ਨਸੰਗ, ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਤੇ ਉਹਨਾਂ ਨੂੰ ਸਾਰਾ ਰਸਤਾ ਐਨ ਸਾਫ਼ ਦਿਖਾਈ ਦਿੰਦਾ। ਤੇ ਜਦੋਂ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ, ਰੇਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦਿਓ,
ਬਲਕਿ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਨ। ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਨ ਲਿਵ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਨੇ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਸਲਾਹੁੰਦੇ ਹਨ ਤੇ ਨਾਮ ਨੂੰ ਮੰਨਦੇ ਵੀ ਹਨ। ਨਾਮ ਨੂੰ ਸਲਾਹੁੰਦੇ ਵੀ ਨੇ ਤੇ ਨਾਮ ਦੀ ਕਮਾਈ ਵੀ ਕਰਦੇ ਨੇ। ਨਾਮ ਰਹਿਣ ਲਿਵ ਲਾਏ ਤੇ ਨਾਮ ਦੇ ਵਿੱਚ ਹਮੇਸ਼ਾ ਲਈ ਆਪਣੀ ਲਿਵ ਲਾਈ ਰੱਖਦੇ ਹਨ। ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ। ਉਹ ਲਿਵ ਜਿਸ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਨੇ ਲਿਖਿਆ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਗੁਰਮੁਖ ਉਹ ਸੱਚੀ ਲਿਵ ਦੇ ਵਿੱਚ ਹਮੇਸ਼ਾ ਲਈ ਲੱਗੇ ਰਹਿੰਦੇ ਹਨ। ਅਨਹਦ ਧੁਨੀ ਦਰ ਵੱਜਦੇ ਦਰ ਸੱਚੇ ਸੋਭਾ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਦੇ ਦਰ ਦੇ ਉੱਤੇ ਜਿੱਥੇ ਅਨਹਦ ਧੁਨੀ ਦੇ ਵਾਜੇ ਵੱਜਦੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸੋਦਰ ਬਾਣੀ ਦੇ ਵਿੱਚ ਲਿਖਿਆ ਹੈ, ਉੱਥੇ ਬਹੁਤ ਸਾਰੇ ਰਾਗ ਨੇ ਤੇ ਬਹੁਤ ਸਾਰੇ ਸਾਜੀ ਨੇ ਜਿਹੜੇ ਉੱਥੇ ਵਾਹਿਗੁਰੂ ਦੇ ਦਰ ਤੇ ਕੀਰਤਨ ਕਰਦੇ ਨੇ। ਸੋ ਦਰ ਕੇਹਾ ਸੋ ਕਰ ਕੇਹਾ ਜਿਤਬੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸੋ ਕਹੀਨ ਕੇਤੇ ਗਾਵਣ ਹਾਰੇ। ਅਨਹਦ ਧੁਨੀ ਦਰ ਵੱਜਦੇ, ਉੱਥੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਅਨਹਦ ਧੁਨੀ ਦੇ ਵਾਜੇ ਵੱਜਦੇ ਹਨ। ਉੱਥੇ ਹਮੇਸ਼ਾ ਲਈ ਕੀਰਤਨ ਹੁੰਦਾ ਹੈ। ਦਰ ਸੱਚਾ ਸੋਭਾ ਪਾਏ। ਉਸ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਉਹ ਸੋਭਾ ਪ੍ਰਾਪਤ ਕਰਦੇ ਹਨ। ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੋ ਕਹੈ ਸ਼ਾਬਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਲਾਹਿਆ ਹੈ ਤਿੰਨਾ ਸਭ ਕੋ ਕਹੈ ਸ਼ਾਬਾਸ। ਉਹਨਾਂ ਸਾਰਿਆਂ ਨੂੰ ਹੀ ਭਾਈ ਅੱਗੇ ਧਰਮਰਾਜ ਸ਼ਾਬਾਸ਼ ਕਹਿੰਦਾ ਹੈ। ਉਹ ਕਹਿੰਦਾ ਜੀ ਆਇਆਂ ਨੂੰ। ਨਾਨਕ ਧਰਮ ਐਸੇ ਚਵਹਿ ਕੀਤੋ ਪਵਨ ਪੁਨੀਤ। ਧਰਮਰਾਜ ਉਹਨਾਂ ਨੂੰ ਇਹ ਗੱਲ ਆਖਦਾ ਹੈ, ਬਈ ਧੰਨ ਭਾਗ ਨੇ ਮੇਰੇ, ਤੁਸਾਂ ਤੇ ਆ ਕੇ ਮੇਰਾ ਘਰ ਪਵਿੱਤਰ ਕਰ ਦਿੱਤਾ ਹੈ। ਇਸ ਤਰ੍ਹਾਂ ਧਰਮਰਾਜ ਸਾਰਿਆਂ ਨੂੰ ਸ਼ਾਬਾਸ਼ ਆਖਦਾ ਹੈ। ਦਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਜਾਚਕ ਕੀ ਅਰਦਾਸ, ਮੈਂ ਤੇਰੇ ਦਰ ਦਾ ਜਾਚਕ ਭਿਖਾਰੀ ਹਾਂ। ਤੇਰੇ ਚਰਨਾਂ ਦੇ ਵਿੱਚ ਮੇਰੀ ਇਹ ਅਰਦਾਸ ਹੈ। ਤਿਨ ਕੀ ਸੰਗਤ ਦੇਹ ਪ੍ਰਭ, ਹੇ ਵਾਹਿਗੁਰੂ ਮੈਨੂੰ ਐਸੇ ਨਾਮ ਰਸੀਏ ਮਹਾਂਪੁਰਖਾਂ ਦੀ ਸੰਗਤ ਦੇ ਜਿਨ੍ਹਾਂ ਨੂੰ ਦਰਗਾਹ ਦੇ ਵਿੱਚ ਵੀ ਸ਼ਾਬਾਸ਼ ਮਿਲਦੀ ਹੈ। ਐਸੇ ਮਹਾਂਪੁਰਖਾਂ ਦੀ ਸੰਗਤ ਦੇ ਤੇ ਮੈਂ ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਸੇਵਾ ਕਰਾਂ, ਕੀਰਤਨ ਕਥਾ ਸੁਣਾ, ਬਾਣੀ ਪੜ੍ਹ ਕੇ ਨਾਮ ਜਪ ਕੇ ਆਪਣਾ ਜੀਵਨ ਸਫਲ ਕਰ ਲਵਾਂ। ਨਾਨਕ ਭਾਗ ਵੱਡੇ ਤਿੰਨਾ ਗੁਰਮੁਖਾਂ ਜਿਨ ਅੰਤਰ ਨਾਮ ਪਰਗਾਸ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਖਰੀ ਪੰਕਤੀ ਵਿੱਚ ਫਰਮਾਉਂਦੇ ਨੇ, ਨਾਨਕ ਭਾਗ ਵੱਡੇ ਤਿੰਨਾ ਗੁਰਮੁਖਾਂ। ਭਈ ਉਹਨਾਂ ਗੁਰਮੁਖਾਂ ਦੇ ਬਹੁਤ ਵੱਡੇ ਭਾਗ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੀ, ਜਿਨ ਅੰਤਰ ਨਾਮ ਪ੍ਰਗਾਸ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ, ਜਿਨ੍ਹਾਂ ਦੇ ਅੰਦਰ ਨਾਮ ਦਾ ਦੀਵਾ ਜਗ ਪੈਂਦਾ। ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ। ਮੈਂ ਉਹਨਾਂ ਗੁਰਮੁਖਾਂ ਨੂੰ ਸਭ ਤੋਂ ਵੱਡੇ ਭਾਗਾਂ ਵਾਲੇ ਸਮਝਦਾ ਹਾਂ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਚਾਨਣ ਹੋ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ 6 ਸ਼ਬਦ ਸਨ ਜਿਹੜੇ ਇੱਥੇ ਸੰਪੂਰਨ ਹੋਏ ਨੇ। ਜਿਹੜੇ 33 ਸ਼ਬਦ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਪਿੱਛੇ ਆਏ ਨੇ ਤੇ 31 ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਆਏ ਨੇ ਤੇ 6 ਸ਼ਬਦ ਲਗਾਤਾਰ, ਜਿਨ੍ਹਾਂ ਨੂੰ 6 ਸ਼ਬਦਾਂ ਦੇ ਜੋੜ ਨੂੰ ਛੱਕਾ ਵੀ ਕਹਿ ਦਿੰਦੇ ਨੇ, ਅੱਗੇ ਚੱਲ ਕੇ ਆਵੇਗਾ। ਔਰ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ। ਇੱਥੇ ਕੁੱਲ ਸ਼ਬਦਾਂ ਦਾ ਜੋੜ 70 ਗੁਰੂ ਮਹਾਰਾਜ ਨੇ ਲਿਖਿਆ ਹੈ। ਜਿਵੇਂ ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਲਿਖਵਾਉਂਦੇ ਸਨ, ਉਸੇ ਤਰ੍ਹਾਂ ਨਾਲ ਉਹਨਾਂ ਸ਼ਬਦਾਂ ਦੀ ਗਿਣਤੀ ਤੇ ਨਾਲ ਕੁੱਲ ਜੋੜ ਵੀ ਦੱਸ ਕੇ ਬਈ ਕੋਈ ਭੁਲੇਖਾ ਨਾ ਪਵੇ, ਕੋਈ ਮਿਲਾਵਟ ਨਾ ਕਰੇ। ਤੇ ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਬਾਣੀ ਲਿਖਵਾਈ ਹੈ। ਸਤਿਗੁਰੂ ਮਿਹਰ ਕਰਨ, ਅੱਗੇ 5ਵੇਂ ਪਾਤਸ਼ਾਹ ਦੇ ਸ਼ਬਦ ਆਰੰਭ ਹੋਣਗੇ।
ਜੋ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵੱਡੇ ਤਿਨਾ ਗੁਰਮੁਖਾਂ ਜਿਨ ਅੰਤਰ ਨਾਮ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।